Good morning, students. Today we will do steps for income tax return e-filing. ਕਿਉਂਕਿ ਤੁਹਾਡੇ ਸਿਲੇਬਸ ਦੇ ਜਿਹੜਾ ਟੌਪਿਕ ਹੈ e-filing ਆਫ ਰਿਟਰਨ। e-filing ਤੋਂ ਪਹਿਲਾਂ ਮੈਂ ਤੁਹਾਨੂੰ ਰਿਟਰਨਸ ਬਾਰੇ ਦੱਸ ਚੁੱਕੀ ਕਿ ਕਿੰਨੀਆਂ ਰਿਟਰਨਸ ਨੇ, ਬਿਲੇਟਡ ਰਿਵਾਈਜ਼ਡ ਰਿਟਰਨ, ਬਿਜ਼ਨਸ ਟਰਸਟ ਨੇ ਕਿਹੜੀ ਰਿਟਰਨ ਫਿਲ ਕਰਨੀ ਹੈ, ਕੰਪਨੀ ਨੇ, ਇੱਕ ਇੰਡੀਵਿਜੂਅਲ ਨੇ, HUF ਨੇ, ਠੀਕ ਹੈ, ਜਿਸ ਦੀ ਕਿੰਨੀ ਟਰਨਓਵਰ ਹੈ। ਤਾਂ ਇਹ ਸਾਰਾ ਰਿਟਰਨਸ ਬਾਰੇ ਕਰ ਚੁੱਕੇ ਸੀ। ਹੁਣ ਤੁਹਾਨੂੰ ਵੀ ਦੇਖੋ ਪਤਾ ਵੀ ਜੋ ਰਿਟਰਨਸ ਨੇ ਉਹ ਆਨਲਾਈਨ ਸਬਮਿਸ਼ਨ ਹੁੰਦੀ ਹੈ ਰਿਟਰਨਸ ਦੀ, ਤਾਂ ਉਸ ਦੇ ਲਈ ਤੁਹਾਨੂੰ ਪਹਿਲਾਂ ਕਿਹੜੇ ਸਟੈਪਸ ਕਰਨੇ ਪੈਂਦੇ ਨੇ। ਦੇਖੋ ਤੁਹਾਡੀ ਬੁੱਕਸ ਦੇ ਵਿੱਚ ਨੇ ਜਿਹੜੇ ਉਹ 10 to 12 ਸਟੈਪਸ ਨੇ, ਠੀਕ ਹੈ। ਇੰਨੇ ਸਾਰੇ ਸਟੈਪਸ ਤੁਹਾਨੂੰ ਕਰਨ ਜ਼ਰੂਰਤ ਨਹੀਂ ਹੈਗੀ, ਤਾਂ ਮੈਂ ਤੁਹਾਡਾ ਇੱਕ 5 ਪੁਆਇੰਟਸ ਦੇ ਵਿੱਚ ਇਸਦਾ ਇੱਕ ਕਰਕਸ ਲਿਆ ਸਟੈਪਸ, ਤਾਂ ਤੁਸੀਂ ਇਸਨੂੰ ਕੀ ਕਰਨਾ, ਬੁੱਕ ਦੇ ਉੱਪਰ ਨੋਟ ਡਾਊਨ ਕਰ ਲੈਣਾ ਸਾਰੇ ਸਟੈਪਸ। ਜੇ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਂਦਾ ਵੀ ਇਹ ਸ਼ਾਰਟ ਨੋਟ ਦੇ ਵਿੱਚ ਆਉਂਦਾ ਵੀ ਸਟੈਪਸ ਕੀ ਨੇ e-filing ਦੇ ਜਾਂ ਫਿਰ ਰਿਟਰਨ ਫਿਲ ਕਰਨ ਦੇ, ਤਾਂ ਤੁਸੀਂ ਇਹ 5 ਸਟੈਪਸ ਕੀ ਕਰ ਸਕਦੇ ਹੋ, ਇੱਕ ਸੀਕੁਐਂਸ ਵਾਈਜ਼ ਲਿਖ ਸਕਦੇ ਹੋ। ਤਾਂ ਫਸਟ ਸਟੈਪ ਦੇਖੋ ਕੀ ਹੈ, ਰਜਿਸਟਰ। ਹੁਣ ਤੁਹਾਨੂੰ ਪਤਾ ਵੀ ਤੁਸੀਂ ਕਿਤੇ ਵੀ ਆਪਣਾ ਅਕਾਊਂਟ ਬਣਾਉਂਦੇ ਹੋ ਤਾਂ ਤੁਸੀਂ ਅਕਾਊਂਟ ਦੇ ਵਿੱਚ ਲੌਗਇਨ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਹੋਣਾ ਪੈਂਦਾ, ਰਜਿਸਟਰ ਹੋਣਾ ਪੈਂਦਾ, ਠੀਕ ਹੈ। ਫਿਰ ਤੁਸੀਂ ਲੌਗਇਨ ਕਰ ਪਾਉਂਦੇ, ਤੁਸੀਂ ਕੋਈ ਫੇਸਬੁੱਕ, ਕੋਈ ਇੰਸਟਾ, ਕਿਤੇ ਵੀ ਤੁਸੀਂ ਆਪਣੀ ਆਈਡੀ ਜਿਹੜੀ ਉਹ ਬਣਾਉਂਦੇ ਹੋ ਤਾਂ ਤੁਹਾਨੂੰ ਪਹਿਲਾਂ ਕੀ ਹੋਣਾ ਪੈਂਦਾ, ਉਸ ਜਗ੍ਹਾ 'ਤੇ ਤੁਹਾਨੂੰ ਇੱਕ ਲੀਗਲ ਐਕਟ ਦੇ ਅੰਡਰ ਕੀ ਹੋਣਾ ਪੈਂਦਾ, ਰਜਿਸਟਰ ਹੋਣਾ ਪੈਂਦਾ। ਤਾਂ ਤੁਸੀਂ ਜਦੋਂ ਕੋਈ ਵੀ ਰਿਟਰਨ ਆਪਣੀ ਫਾਈਲ ਕਰਨ, ਦੇਖੋ ਤੁਸੀਂ ਇਨਕਮ ਟੈਕਸ ਫਿਲ ਕਰ ਰਹੇ ਹੋ, ਨਾਲ ਤੁਸੀਂ ਕੀ ਕਰ ਰਹੇ ਹੋ, ਪ੍ਰੂਫ ਦੇ ਰਹੇ ਹੋ ਰਿਟਰਨ ਫਿਲ ਕਰਕੇ। ਤਾਂ ਰਿਟਰਨ ਫਿਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਹੋਣਾ ਪੈਂਦਾ, ਉਸ ਸਾਈਟ ਦੇ ਉੱਪਰ, ਉਸ ਐਕਟ ਦੇ ਅੰਡਰ ਰਜਿਸਟਰ ਹੋਣਾ ਪੈਂਦਾ। ਤਾਂ ਫਸਟ ਸਟੈਪ ਤੁਹਾਡਾ ਕੀ ਹੈ, ਰਜਿਸਟਰ। ਰਜਿਸਟਰ ਤੋਂ ਬਾਅਦ ਸੈਕਿੰਡ ਸਟੈਪ ਕੀ ਆਏਗਾ, ਲੌਗਇਨ। ਤੁਸੀਂ ਫਿਰ ਉਸ ਕ੍ਰਾਈਟੇਰੀਆ ਦੇ ਵਿੱਚ ਕੀ ਕਰੋਗੇ, ਆਪਣੀ ਸਾਰੀਆਂ ਕੰਡੀਸ਼ਨਸ ਫਿਲ ਕਰਕੇ, ਆਪਣੀ ਪੂਰੀ ਡਿਟੇਲਸ ਫਿਲ ਕਰਕੇ, ਐਡਰੈਸ ਵਗੈਰਾ, ਆਪਣਾ ਮੋਬਾਈਲ ਨੰਬਰ, ਸਾਰੇ ਰਿਕੁਆਇਰਮੈਂਟਸ ਤੁਸੀਂ ਫਿਲ ਕਰਕੇ ਕੀ ਕਰੋਗੇ, ਫਿਰ ਨੈਕਸਟ ਸਟੈਪ ਕੀ ਕਰੋਗੇ, ਲੌਗਇਨ। ਹੁਣ ਦੇਖੋ ਤੁਸੀਂ ਰਜਿਸਟਰ ਵੀ ਹੋ ਗਏ ਅਤੇ ਲੌਗਇਨ ਵੀ ਹੋ ਗਏ। ਲੌਗਇਨ ਤੋਂ ਬਾਅਦ ਕਿੰਨੀਆਂ ਸਾਰੀਆਂ ਆਪਸ਼ਨਸ ਖੁੱਲ੍ਹ ਜਾਂਦੇ ਨੇ ਆਪਣੇ ਕੋਲ। ਆਪਾਂ ਕਿਸੇ ਵੀ ਸਾਈਟ 'ਤੇ ਜਦੋਂ ਆਪਾਂ ਲੌਗਇਨ ਕਰਦੇ ਹਾਂ ਤਾਂ ਕਿੰਨੀਆਂ ਸਾਰੀਆਂ ਆਪਸ਼ਨਸ ਆ ਜਾਂਦੀਆਂ ਨੇ। ਆਪਾਂ ਆਪਸ਼ਨ ਕਿਹੜੀ ਚੂਜ਼ ਕਰਦੇ ਹਾਂ, ਜਿਹੜੀ ਆਪਾਂ ਨੂੰ ਚਾਹੀਦੀ ਹੈ। ਤਾਂ ਦੇਖੋ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਕੋਲ ਕੀ ਆ ਜਾਣਗੀਆਂ, 7 ਰਿਟਰਨਸ ਆ ਜਾਣਗੀਆਂ, ਕਿਉਂਕਿ ਤੁਸੀਂ ਡਿਟੇਲ ਫਿਲ ਕੀਤੀ, ਆਪਣੀ 7 ਰਿਟਰਨਸ ਆ ਗਈਆਂ। ਤਾਂ ਤੁਸੀਂ ਹੁਣ 7 ਰਿਟਰਨਸ ਇਕੱਠੀ ਤਾਂ ਨਹੀਂ ਫਿਲ ਕਰੋਗੇ, ਤੁਸੀਂ ਕਿਸੇ ਇੱਕ ਹੈਡ ਦੇ ਅੰਡਰ ਆ ਰਹੇ ਹੋਗੇ, ਤਾਂ ਤੁਸੀਂ ਕੀ ਕਰੋਗੇ, ਕਿਸੇ ਇੱਕ ਰਿਟਰਨ ਜਿਸ ਦੇ ਅੰਦਰ ਤੁਹਾਡੀ ਇਨਕਮ ਜਿਹੜੀ ਉਹ ਫਾਲ ਕਰ ਰਹੀ ਹੈ, ਉਸ ਰਿਟਰਨ ਤੁਸੀਂ ਕੀ ਕਰੋਗੇ, ਚੂਜ਼ ਕਰ ਲਓਗੇ, ਡਾਊਨਲੋਡ ਕਰ ਲਓਗੇ। ਡਾਊਨਲੋਡ ਐਂਡ ਪ੍ਰੀਪੇਅਰਿੰਗ ਰਿਟਰਨ। ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਕੀ ਕਰੋਗੇ, ਹੁਣ ਦੇਖੋ ਰਿਟਰਨ ਡਾਊਨਲੋਡ ਕਰਨ ਤੁਹਾਡੇ ਕੋਲ ਇੱਕ ਫਾਰਮੈਟ ਦੇ ਵਿੱਚ ਆ ਗਈ, ਫਿਰ ਤੁਸੀਂ ਕੀ ਕਰੋਗੇ, ਉਸਦੀ ਫਾਈਲਿੰਗ ਕਰੋਗੇ, e-filing ਕਰੋਗੇ ਉਸ ਰਿਟਰਨ ਦੀ। ਡਾਊਨਲੋਡ ਕਰਨ ਤੋਂ ਬਾਅਦ ਕੀ ਕਰੋਗੇ, e-filing ਕਰੋਗੇ, ਠੀਕ ਹੈ। ਨੈਕਸਟ ਦੇਖੋ e-filing ਤੁਸੀਂ ਹੋ ਚੁੱਕੀ, ਤੁਹਾਡੀ ਡਾਊਨਲੋਡ ਕਰ ਲਈ, ਉਸ ਦੇ ਵਿੱਚ ਤੁਸੀਂ ਆਪਣੀ ਰਿਕੁਆਇਰਮੈਂਟਸ ਫਿਲ ਕਰਤੀ, ਅਮਾਊਂਟ ਵਗੈਰਾ ਸਰ ਈਚ ਐਂਡ ਐਵਰੀ ਪ੍ਰੋਸੈਸ ਹੈਜ਼ ਬੀਨ ਕੰਪਲੀਟਡ। ਫਿਰ ਤੁਸੀਂ ਕੀ ਕਰੋਗੇ, ਵੈਰੀਫਾਈ, ਕਿਉਂਕਿ ਤੁਹਾਡੇ ਕੋਲ ਇੱਕ ਕੋਡ ਆ ਜਾਏਗਾ ਫਿਰ ਤੁਹਾਡੇ ਮੋਬਾਈਲ ਨੰਬਰ ਦੇ ਉੱਪਰ, ਠੀਕ ਹੈ। ਤਾਂ ਉਸ ਕੋਡ ਨਾਲ ਤੁਸੀਂ ਕੀ ਕਰੋਗੇ, ਉੱਥੇ ਆਪਾਂ ਕਹਿ ਸਕਦੇ ਹਾਂ ਵੀ ਫਿਲ ਆਊਟ ਕਰੋਗੇ। ਇਸ ਦੇ ਨਾਲ ਤੁਸੀਂ ਕੀ ਕਰੋਗੇ, ਆਪਣਾ ਵੈਰੀਫਿਕੇਸ਼ਨ ਕੋਡ ਨਾਲ ਮੈਨਸ਼ਨ ਕਰੋਗੇ। ਤਾਂ ਇਹ ਸਾਰੇ ਸਟੈਪਸ ਕੀ ਸੀ, ਇਨਕਮ ਟੈਕਸ ਰਿਟਰਨ ਨੂੰ ਫਿਲ ਕਰਨ ਦੇ ਸਟੈਪਸ ਸੀ, ਠੀਕ ਹੈ। ਰਜਿਸਟਰ ਹੋਏ, ਲੌਗਇਨ ਹੋਏ, ਤੁਸੀਂ ਫਾਰਮ ਡਾਊਨਲੋਡ ਕੀਤਾ, ਫਿਲ ਕੀਤਾ, ਅਤੇ ਫਿਰ ਕੀ ਕੀਤਾ, ਐਟ ਦੀ ਐਂਡ ਵੈਰੀਫਾਈ ਕੀਤਾ। ਤਾਂ ਇਹ 5 ਸਟੈਪਸ ਕੀ ਸੀ, ਤੁਹਾਡੇ ਇਨਕਮ ਟੈਕਸ ਰਿਟਰਨ ਨੂੰ ਫਿਲ ਕਰਨ ਦੇ ਸਟੈਪਸ ਸੀ। ਹੁਣ ਦੇਖੋ e-filing ਕਿਉਂ ਆਈ, ਇੱਕ ਨਾ ਐਕਟ ਆਇਆ IT ਐਕਟ 2000, ਕਿਉਂਕਿ ਪਹਿਲਾਂ ਕਿਸੇ ਇਨਕਮ ਟੈਕਸ ਡਿਪਾਰਟਮੈਂਟ ਅਤੇ ਕੰਪਨੀਜ਼ ਕੀ ਸੀ, ਮੈਨੂਅਲ ਵਰਕ ਹੋ ਰਿਹਾ ਸੀ, ਬਟ ਫਰੋਡ ਵਗੈਰਾ ਨੂੰ ਠੀਕ ਹੈ, ਮੈਨੀਪੂਲੇਸ਼ਨ ਜ਼ਿਆਦਾ ਹੋ ਰਿਹਾ ਸੀ। ਇਹਨਾਂ ਚੀਜ਼ਾਂ ਨੂੰ ਓਵਰਕਮ ਕਰਨ ਦੇ ਲਈ ਡਿਜੀਟਲ ਸਿਗਨੇਚਰ ਵਗੈਰਾ ਆਏ, ਅਲੱਗ ਆਪਾਂ ਕਹਿ ਸਕਦੇ ਵੀ ਸਰਟੀਫਾਈਂਗ ਅਥੋਰਿਟੀਜ਼ ਆਈਆਂ, ਕੰਟਰੋਲਰ ਆਫ ਸਰਟੀਫਾਈਂਗ ਅਥੋਰਿਟੀਜ਼ ਆਈਆਂ। ਇਹ ਸਾਰੀਆਂ ਬੋਡੀਜ਼ ਕਿਉਂ ਬਣੀਆਂ, ਆਪਣੀ ਇਨਫੋਰਮੇਸ਼ਨ ਨੂੰ, ਆਪਣੀ ਰਿਟਰਨਸ ਨੂੰ, ਆਪਣੀ ਅਮਾਊਂਟ ਨੂੰ ਸਿਕਿਉਰ ਕਰਨ ਦੇ ਲਈ। ਤਾਂ ਕਰਕੇ ਆਪਾਂ ਹੁਣ ਕੀ ਕਰ ਰਹੇ ਹਾਂ, ਮੈਨੂਅਲੀ ਵਰਕ ਨਹੀਂ ਕਰ ਰਹੇ, ਆਪਾਂ ਕੀ ਕਰ ਰਹੇ ਹਾਂ, ਹੁਣ e-filing ਕਰ ਰਹੇ ਹਾਂ ਰਿਟਰਨਸ ਦੀ। ਤਾਂ ਇਹ ਆਪਣਾ ਟੌਪਿਕ ਸੀ e-filing ਆਫ ਰਿਟਰਨ। ਨੈਕਸਟ ਆਪਾਂ ਇੱਕ ਨਿਊ ਚੈਪਟਰ ਸਟਾਰਟ ਕਰਾਂਗੇ ਅੱਜ, ਰੀਫੰਡਸ। ਕਲਾਸ ਦੇ ਵਿੱਚ ਆਪਾਂ ਕੀ ਕੀਤਾ ਸੀ, ਦੇਖੋ ਤੁਹਾਡੇ ਜੋ ਸਿਲੇਬਸ ਦੇ ਵਿੱਚ ਟੌਪਿਕਸ ਨੇ, ਅਪੀਲ, ਰੀਫੰਡ, ਪੈਨੈਲਟੀਜ਼ ਐਂਡ ਪ੍ਰੋਸੀਕਿਊਸ਼ਨਸ, ਇਹ 1 ਬਾਏ 1 ਆਪਾਂ ਕਰਾਂਗੇ। ਅਪੀਲਸ ਸੀ ਜੋ ਆਪਣਾ ਟੌਪਿਕ ਉਹ ਆਪਾਂ ਕਲਾਸ ਦੇ ਵਿੱਚ ਕਰ ਚੁੱਕੇ ਸੀ। ਨੈਕਸਟ ਆਪਾਂ ਕਰਾਂਗੇ ਅੱਜ ਰੀਫੰਡਸ, ਠੀਕ ਹੈ। ਰੀਫੰਡ ਦੇ ਵਿੱਚ ਕੀ, ਦੇਖੋ ਰੀਫੰਡ ਕਦੋਂ ਹੁੰਦਾ, ਦੇਖੋ ਮੀਨਿੰਗ ਤੋਂ ਹੀ ਤੁਹਾਨੂੰ ਕਲੈਰਿਟੀ ਹੋ ਰਹੀ ਹੈ ਕਿ ਤੁਸੀਂ ਕੀ ਕੀਤਾ, ਐਕਸੈਸਿਵ ਟੈਕਸ ਪੇ ਕੀਤਾ। ਇੱਕ ਅਸੈਸੀ ਉਸਨੇ ਕੀ ਕੀਤਾ, ਐਕਸੈਸਿਵ ਟੈਕਸ ਜਿਹੜਾ ਉਹ ਪੇ ਕਰ ਦਿੱਤਾ, ਤਾਂ ਉਸ ਦੇ ਲਈ ਉਸਨੂੰ ਕੀ ਹੋਏਗਾ, ਰੀਫੰਡ ਹੋਏਗਾ। ਬਟ ਤੁਹਾਨੂੰ ਵੀ ਪਤਾ ਹੈ ਵੀ ਐਡਵਾਂਸ ਪੇਮੈਂਟ ਆਫ ਟੈਕਸ ਦੇ ਵਿੱਚ ਮੈਂ ਤੁਹਾਨੂੰ ਚੀਜ਼ਾਂ ਕਰਵਾਈਆਂ ਸੀ, ਠੀਕ ਹੈ। ਡਿਫੋਲਟ ਕਰ ਰਹੇ ਹੋ ਪੇਮੈਂਟ ਦੇ ਵਿੱਚ, ਜਦੋਂ ਤੁਸੀਂ ਲੇਟ ਟੈਕਸ ਫਿਲ ਕਰ ਰਹੇ ਹੋ ਫਿਰ ਤੁਹਾਨੂੰ ਕੀ ਹੁੰਦਾ, 1% ਇੰਟਰਸਟ, ਰੇਟ ਆਫ ਇੰਟਰਸਟ ਚਾਰਜ ਹੋ ਜਾਂਦਾ। ਬਟ ਜੇ ਤੁਸੀਂ ਐਕਸੈਸਿਵ ਟੈਕਸ ਪੇ ਕਰ ਰਹੇ ਹੋ, ਉਸ ਨੂੰ ਰੀਫੰਡ ਤਾਂ ਤੁਹਾਨੂੰ ਸਿਰਫ ਕਿੰਨਾ ਮਿਲਦਾ, 0.5%। ਜੇ ਤੁਸੀਂ ਲੇਟ ਪੇ ਕਰ ਲਓ ਤਾਂ ਤੁਹਾਡੇ ਉੱਪਰ ਪੈਨੈਲਟੀ ਜਿਹੜੀ ਉਹ 1% ਚਾਰਜ ਹੁੰਦੀ ਹੈ। ਬਟ ਜੇ ਤੁਸੀਂ ਮੋਰ ਦੈਨ ਯੂਅਰ ਰਿਕੁਆਇਰਡ ਲਿਮਿਟ ਪੇ ਕਰ ਰਹੇ ਹੋ ਫਿਰ ਤੁਹਾਨੂੰ ਜਸਟ 0.5% ਹੀ ਇੰਟਰਸਟ ਮਿਲਦਾ ਇਨਕਮ ਟੈਕਸ ਡਿਪਾਰਟਮੈਂਟ ਤੋਂ।
ਤਾਂ ਇੰਟਰੋਡਕਸ਼ਨ ਕੀ ਹੈ। ਮੈਨੀ ਟਾਈਮਸ ਇਟ ਮੇ ਹੈਪਨ ਦੈਟ ਟੈਕਸ ਪੇਅਰ ਹੈਜ਼ ਪੇਡ ਐਕਸੈਸ ਟੈਕਸ ਐਜ਼ ਅਗੇਂਸਟ ਦਾ ਟੈਕਸ ਰਿਕੁਆਇਰਡ ਟੂ ਬੀ ਪੇਡ ਬਾਈ ਹਿਮ। ਕੀ ਕੀਤਾ, ਟੈਕਸ ਪੇਅਰ ਨੇ ਐਕਸੈਸਿਵ ਟੈਕਸ ਪੇ ਕੀਤਾ ਕਿਸ ਤੋਂ ਜ਼ਿਆਦਾ ਜੋ ਰਿਕੁਆਇਰਡ ਸੀਗਾ। ਇਨ ਸੱਚ ਅ ਕੇਸ ਹੀ ਇਜ਼ ਗਰਾਂਟਡ ਰੀਫੰਡ ਆਫ ਐਕਸੈਸ ਟੈਕਸ ਪੇਡ ਬਾਈ ਹਿਮ। ਤਾਂ ਇਸ ਕੇਸ ਦੇ ਵਿੱਚ ਉਸਨੂੰ ਕੀ ਕਰਨਾ ਪੈਂਦਾ, ਰੀਫੰਡ ਕਰਨਾ ਪੈਂਦਾ ਇਨਕਮ ਟੈਕਸ ਡਿਪਾਰਟਮੈਂਟ ਨੂੰ। ਇਨ ਦਿਸ ਪਾਰਟ ਯੂ ਕੈਨ ਗੇਨ ਨੌਲੇਜ ਅਬਾਊਟ ਵੈਰੀਅਸ ਪ੍ਰੋਵੀਜ਼ਨਸ ਰਿਲੇਟਿੰਗ ਟੂ ਕਲੇਮ ਆਫ ਰੀਫੰਡ। ਤਾਂ ਆਪਾਂ ਬਹੁਤ ਸਾਰੇ ਪ੍ਰੋਵੀਜ਼ਨਸ ਦੀ ਗੱਲ ਕਰਾਂਗੇ ਰੀਫੰਡ ਦੇ। ਫਸਟ ਪ੍ਰੋਵੀਜ਼ਨ ਦੇਖੋ ਕੀ ਹੈ, ਬੇਸਿਕ ਪ੍ਰੋਵੀਜ਼ਨ। ਵੈਨ ਦਾ ਟੈਕਸ ਪੇਡ ਬਾਈ ਦਾ ਟੈਕਸ ਪੇਅਰ is more than the required amount he will be eligible to claim refund of the excess tax paid by him। ਤੁਹਾਨੂੰ ਪਤਾ ਵੀ ਤੁਸੀਂ ਐਲੀਜੀਬਲ ਕਦੋਂ ਹੋਗੇ ਕਲੇਮ ਕਰਨ ਦੇ ਲਈ ਰੀਫੰਡ ਦੇ ਲਈ, ਜਦੋਂ ਤੁਸੀਂ ਕੀ ਕਰ ਰਹੇ ਹੋ, ਐਕਸੈਸਿਵ ਟੈਕਸ ਪੇ ਕਰ ਰਹੇ ਹੋ। ਨੈਕਸਟ ਟੌਪਿਕ ਹੈ ਵੈਨ ਡਜ਼ ਦਾ ਰੀਫੰਡ ਅਰਾਈਜ਼। ਕਦੋਂ ਜ਼ਰੂਰਤ ਪੈਂਦੀ ਹੈ ਰੀਫੰਡ ਦੀ। ਇਫ ਐਨੀ ਪਰਸਨ ਸੈਟਿਸਫਾਈਜ਼ ਦਾ ਅਸੈਸਿੰਗ ਆਫਿਸਰ ਦੈਟ ਅਮਾਊਂਟ ਆਫ ਟੈਕਸ ਪੇਡ ਬਾਈ ਹਿਮ ਔਰ ਔਨ ਹਿਜ਼ ਬਿਹਾਫ ਔਰ ਟ੍ਰੀਟਡ ਐਜ਼ ਪੇਡ ਬਾਈ ਹਿਮ ਔਰ ਔਨ ਹਿਜ਼ ਬਿਹਾਫ ਫਾਰ ਐਨੀ ਈਅਰ ਐਕਸੀਡਸ ਦਾ ਅਮਾਊਂਟ ਆਫ ਟੈਕਸ ਪੇਬਲ ਬਾਈ ਹਿਮ ਹੀ ਸ਼ੈਲ ਬੀ ਇੰਟਾਈਟਲ ਟੂ ਰੀਫੰਡ। ਦੇਖੋ ਜਦੋਂ ਤੁਹਾਡਾ ਜਿਹੜਾ ਅਸੈਸਿੰਗ ਆਫਿਸਰ ਹੈ ਉਹ ਸੈਟਿਸਫਾਈਡ ਹੈ ਰੀਫੰਡ, ਤੁਹਾਨੂੰ ਉਸਨੂੰ ਲੱਗ ਰਿਹਾ ਕਿ ਹਾਂ ਤੁਸੀਂ ਐਕਸੈਸਿਵ ਟੈਕਸ ਪੇ ਕਰ ਚੁੱਕੇ ਹੋ, ਫਿਰ ਹੀ ਤੁਸੀਂ ਕੀ ਕਰ ਸਕਦੇ ਹੋ, ਰੀਫੰਡ ਕਲੇਮ ਕਰ ਸਕਦੇ ਹੋ। ਨੈਕਸਟ ਕਲਾਸ ਵਿੱਚ ਆਪਾਂ ਕਰਾਂਗੇ ਪਰਸਨਸ ਇੰਟਾਈਟਲ ਟੂ ਕਲੇਮ ਰੀਫੰਡ। ਥੈਂਕ ਯੂ।